ਇੱਕ ਬਾਦਸ਼ਾਹ ਦਾ ਦਰਬਾਰ ਲੱਗਿਆ ਸੀ। ਕਾਫੀ ਸਾਰੇ ਉਹਦੇ ਬੰਦੇ ਉੱਥੇ ਬਹਿ ਕੇ ਮਸਲੇ ਮਸਾਇਲ ਆਪਣੇ ਨਾਲ ਪੇਸ਼ ਕਰਦੇ ਹਨ। ਤੇ ਇੱਕ ਬੰਦਾ ਜਵਾਨ ਜਾਣਾ ਉਹਦੇ ਕੋਲ, ਉਹ ਵੀ ਦਰਬਾਰ 'ਚ ਹਾਜ਼ਰ ਹੋਇਆ ਤੇ ਬਾਦਸ਼ਾਹ ਸਲਾਮਤ ਨੂੰ ਮਿਲਣ ਦੀ ਖਾਹਿਸ਼ ਕੀਤੀ। ਵਜ਼ੀਰ ਨੇ ਆਖਿਆ ਬੁਲਾ ਦੇਣੇ। ਬਾਦਸ਼ਾਹ ਨੂੰ ਮਿਲਿਆ। ਬਾਦਸ਼ਾਹ ਪੁੱਛਿਆ ਹਾਂ ਬਈ ਕੌਣ ਹੈ, ਕੀ ਚਾਹੁੰਦਾ ਹੈ? ਉਹਨੇ ਕਹਿੰਦੀ ਮੈਂ ਸਿਆਸੀ ਤੇ ਨੌਕਰੀ ਚਾਹੀਦੀ ਹੈ। ਸਿਆਸੀ ਅਰਬੀ ਜਾਣਦੇ ਨੇ, ਜਿਹੜਾ ਨਹੀਂ ਸਿਆਸਤਦਾਨ ਹੁੰਦਾ ਤਾਂ ਮਸਲੇ ਮਸਾਇਲ ਸਿਆਣਾ ਬੰਦਾ। ਅੱਛਾ। ਹਾਂ, ਉਹਨੂੰ ਆਉਂਦੇ ਸਿਆਸੀ। ਉਹ ਜਨਾਬ ਆਉਂਦਾ ਜੀ ਬਾਦਸ਼ਾਹ ਕਹਿੰਦੇ ਠੀਕ ਹੈ ਨੌਕਰੀ ਤੈਨੂੰ ਦੇ ਦੇ। ਉਹ ਬਾਦਸ਼ਾਹ ਨਾਲ ਵਜ਼ੀਰ ਨੂੰ ਆਉਂਦਾ ਵੀ ਇਹਨੂੰ ਘੋੜੇ ਵਾਲਾ ਸਤਬਲ ਚਲਵਾ ਦੇ। ਉੱਥੇ ਨਾ ਘੋੜਿਆਂ ਨੂੰ ਪੱਠੇ ਪਾਏ ਕਰ। ਉਹ ਸਿਆਸੀ ਬੜਾ ਪਰੇਸ਼ਾਨ ਹੋਇਆ ਨਾ, ਆਖਿਆ ਮੈਂ ਦੱਸਿਆ ਵੀ ਮੈਂ ਸਿਆਸੀ ਹਾਂ, ਇਹ ਸਮਝਦਾਰ ਤੇ ਮਸਲੇ ਮਸਾਇਲ ਲੋਕਾਂ ਦੇ ਹੱਲ ਕਰਨ ਵਾਲਾ, ਤੇ ਮੈਨੂੰ ਇਹ ਘੋੜਿਆਂ ਵਾਲੇ ਸਤਬਲ 'ਚ ਡਿਊਟੀ ਲਾ ਹੜੀ। ਬਾਅਦ ਵਿਚਾਰੇ ਨੌਕਰੀ ਚਾਹੀਦੀ ਸੀ, ਉਹ ਟੁਰ ਗਿਆ ਉੱਥੇ। ਉਹਨੇ ਜਾ ਕੇ ਨਾ ਤੇ ਆਪਣੀ ਨੌਕਰੀ ਕਰਨ ਲੱਗ ਪਿਆ। ਪੱਠੇ ਛੱਠੇ ਲਿਆਵੇ ਤੇ ਘੋੜਿਆਂ ਨੂੰ ਪਾ ਦੇ। ਇੱਕ ਦਿਨ ਨਾ ਬਾਦਸ਼ਾਹ ਸਲਾਮਤ ਆਪਣੇ ਘੋੜੇ ਛੋੜੇ ਵੇਖਣ ਵਾਸਤੇ ਸਭ ਸਤਬਲ 'ਚ ਗਿਆ ਤੇ ਉੱਥੇ ਫਿਰਦਾ ਸੀ। ਕਹਿੰਦੇ ਸਿਆਸੀ ਆਇਆ ਨਾ ਪੱਠੇ ਪਾਉਣ। ਬਾਦਸ਼ਾਹ ਨੇ ਉਹ ਆਹ ਗੱਲ ਸੁਣ। ਕਹਿੰਦਾ ਹਾਂਜੀ ਇਹ ਦੱਸ, ਜਿਹੜਾ ਮੇਰਾ ਘੋੜਾ ਹੈ ਇਹਦੇ ਬਾਰੇ ਤੇਰਾ ਕੀ ਖਿਆਲ ਹੈ, ਕਿਵੇਂ ਦਾ? ਸਿਆਸੀ ਕਹਿੰਦਾ ਜੀ ਘੋੜਾ ਤਾਂ ਤੁਹਾਡਾ ਚੰਗਾ ਹੈ, ਪਰ ਇਹ ਨਸਲੀ ਨਹੀਂ ਹੈ। ਬਾਦਸ਼ਾਹ ਨੂੰ ਬੜਾ ਗੁੱਸਾ। ਉਹਨੇ ਆਖਿਆ ਮੈਂ ਏਡਾ ਮਹਿੰਗਾ ਘੋੜਾ ਬੜੀ ਦੂਰੋਂ ਮੰਗਾਇਆ, ਇਹ ਸਾਡਾ ਨਸਲੀ ਨਹੀਂ। ਉਹ ਆਖਿਆ ਵੀ ਸਿਆਸੀ ਗੱਲ ਹੈ, ਜੇ ਤੇਰੀ ਗੱਲ ਹੋਈ ਨਾ ਝੂਠੀ ਤੇ ਧੌਣ ਤੇਰੀ ਮੈਂ ਲਾ ਛੱਡਣੀ। ਉਹਨੇ ਇਹਦੀ ਜੋ ਮਰਜ਼ੀ ਜੇ ਪੇ ਕਰਿਓ, ਲੇਕਿਨ ਇਹ ਘੋੜਾ ਨਸਲੀ ਨਹੀਂ। ਲੋ ਜੀ ਉਹਨੇ ਉਹ ਬੰਦੇ ਸੱਦੇ ਜਿਨ੍ਹਾਂ ਕੋਲ ਘੋੜਾ ਲਿਆ ਸੀ। ਉਹਨਾਂ ਨੂੰ ਬੁਲਾਇਆ, ਪੁੱਛਿਆ ਹਾਂ ਬਈ ਦੱਸੋ ਇਹ ਘੋੜੇ ਦੇ ਬਾਰੇ 'ਚ ਜਰਾ ਸਹੀ ਦੱਸਣੀ ਗੱਲ। ਉਹਨਾਂ ਨੇ ਬਾਦਸ਼ਾਹ ਸਲਾਮਤ ਗੱਲ ਤੇ ਇਸ ਬੰਦੇ ਦੀ ਸੱਚੀ ਹੈ ਬਈ ਇਹ ਨਸਲੀ ਨਹੀਂ। ਉਸ ਆਖਿਆ ਕਿਵੇਂ? ਉਸ ਆਖਿਆ ਵੀ ਜਦੋਂ ਇਹ ਪੈਦਾ ਹੋਇਆ ਨਾ ਬੱਚਾ ਤੇ ਇਹਦੀ ਨਾ ਮਾਂ ਜਿਹੜੀ ਘੋੜੀ ਉਹ ਮਰ ਗਈ ਤੇ ਅਸਾਂ ਇਹਨੂੰ ਨਾ ਗਾਂ ਦੀ ਖੁਰਲੀ ਤੇ ਬੰਨ ਛੱਡਿਆ। ਗਾਂ ਦੇ ਨਾਲ ਹੀ ਇਹ ਪੱਠੇ ਖਾਂਦਾ ਸੀ, ਗਾਂ ਦਾ ਹੀ ਦੁੱਧ ਪੀ ਕੇ ਤੇ ਘੋੜਾ ਜਵਾਨ ਹੋਇਆ। ਉਹਨੇ ਆਖਿਆ ਅੱਛਾ। ਸਿਆਸੀ ਨੂੰ ਆਖਿਆ ਆਹ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਘੋੜਾ ਨਸਲੀ ਨਹੀਂ? ਸਿਆਸੀ ਕਹਿੰਦਾ ਜੀ ਗੱਲ ਇਹ ਕਿ ਜਿਹੜਾ ਨਸਲੀ ਘੋੜੇ ਹੁੰਦੇ ਨੇ ਨਾ, ਉਹਨਾਂ ਦਾ ਕੰਮ ਹੁੰਦਾ ਵੀ ਖੁਰਲੀ 'ਚ ਪੱਠੇ ਚੁੱਕ ਕੇ ਨਾ ਤੇ ਮੂੰਹ ਖੜਾ ਕਰਕੇ ਪੱਠੇ ਖਾਂਦੇ। ਜਿਵੇਂ ਮੱਝਾਂ ਗਾਵਾਂ ਖਾਂਦੀਆਂ ਨੇ, ਇਹ ਨਹੀਂ ਖਾਂਦੇ। ਤੇ ਇਹ ਜਨਾਬ ਗਾਵਾਂ ਆਪਣਾ ਸਿਰ ਸੁੱਟ ਕੇ ਖੁਰਲੀ ਦੇ ਵਿੱਚ ਪੱਠੇ ਖਾਈ ਜਾਂਦਾ ਖਾਈ ਜਾਂਦਾ। ਮੈਨੂੰ ਤਾਂ ਸ਼ੱਕ ਪਿਆ ਵੀ ਇਹ ਘੋੜਾ ਨਸਲੀ ਨਹੀਂ। ਬਾਦਸ਼ਾਹ ਬੜਾ ਖੁਸ਼ ਹੋਇਆ, ਬੰਦਾ ਤੇ ਵਾਕਈ ਬੜਾ ਸਿਆਣਾ ਲੱਭ ਗਿਆ ਸਾਨੂੰ। ਉਹਨਾਂ ਆਖਿਆ ਅੱਛਾ ਇੰਝ ਕਰੋ ਬਈ, ਵਜ਼ੀਰ ਨੂੰ ਕਹਿੰਦਾ ਇਹਨੂੰ 2-3 ਭੇਡਾਂ ਤੇ ਕੋਈ ਰੋਟੀਆਂ ਛੋਟੀਆਂ ਨੇ ਇਹਦੀਆਂ ਵਧਾ ਦਿਓ, ਤੇ ਨਾਲੇ ਕਹਿੰਦਾ ਵੀ ਅੱਜ ਤੋਂ ਬਾਅਦ ਤੇਰੀ ਡਿਊਟੀ ਨਾ ਮੇਰੀ ਜਿਹੜੀ ਨਾ ਮਲਕਾ ਬੀਵੀ ਮੇਰੀ ਉਹਦੇ ਮਹੱਲ 'ਚ ਤੇਰੀ ਲਾ, ਤੂੰ ਸਿਆਣਾ ਬੰਦਾ। ਪਤਾ ਆਖਿਆ ਜੀ ਠੀਕ ਹੈ। ਮਲਕਾ ਦੇ ਮਹੱਲ ਵਿੱਚ ਡਿਊਟੀ ਕਰਨ ਲੱਗ ਪਿਆ ਸਿਆਸੀ। ਉਹ ਦਿਨ ਉੱਥੇ ਡਿਊਟੀ ਕੀਤੀ ਤੇ ਇੱਕ ਦਿਨ ਬਾਦਸ਼ਾਹ ਸਲਾਮਤ ਜਿਹੜਾ ਨਾ ਉਹ ਉੱਥੇ ਫਿਰਦੇ ਫਰਾਂਦੇ ਆ ਤੇ ਸਿਆਸੀ ਉੱਥੇ ਬੈਠਾ ਹੋਇਆ। ਸਿਆਸੀ ਨੂੰ ਕਹਿੰਦੇ ਸਿਆਸੀ ਦੱਸ ਮੇਰੀ ਜਿਹੜੀ ਬੇਗਮ ਦੇ ਬਾਰੇ ਤੇਰਾ ਕੀ ਖਿਆਲ? ਸਿਆਸੀ ਕਹਿੰਦਾ ਬਾਦਸ਼ਾਹ ਸਲਾਮਤ ਇਹ ਗੱਲ ਨਾ ਪੁੱਛੋ। ਉਹਦਾ ਕਿ ਨਹੀਂ ਨਹੀਂ ਗੱਲ ਸੱਚੀ ਦੱਸਣੀ ਜਿਹੜੀ ਤੇਰੇ ਦਿਲ ਵਿੱਚ ਹੈ, ਮੇਰੀ ਬੇਗਮ ਦੇ ਬਾਰੇ ਕੀ ਖਿਆਲ? ਸਿਆਸੀ ਕਹਿੰਦਾ ਬਾਦਸ਼ਾਹ ਸਲਾਮਤ ਇੱਕ ਗਰੰਟੀ ਦਿਓ ਕਿ ਮੈਨੂੰ ਆਖੋ ਦੇ ਕੁਝ। ਉਹਨਾਂ ਆਖਿਆ ਨਹੀਂ ਤੈਨੂੰ ਵਾਅਦਾ ਕੀਤਾ ਤੈਨੂੰ ਮੈਂ ਕੋਈ ਸਵਾਲ ਨਹੀਂ। ਉਹਨਾਂ ਆਖਿਆ ਵੀ ਤੁਹਾਡੀ ਬੇਗਮ ਹੈ ਤਾਂ ਚੰਗੀ, ਲੇਕਿਨ ਇਹ ਨਾ ਕਿਸੇ ਬਾਦਸ਼ਾਹ ਦੀ ਧੀ ਨਹੀਂ ਹੈ। ਬਾਦਸ਼ਾਹ ਦਾ ਫਿਰ ਦਿਮਾਗ ਖਰਾਬ ਹੋ ਜਾ ਕੇ ਬਣਾ ਕੇ ਉਹ ਗੱਲ ਹੋਰ ਕਰ ਤੂੰ ਚੰਗੀ ਬਈ। ਉਹਨੇ ਆਖਿਆ ਮੈਂ ਪਤਾ ਕਰਾਵਾਂ, ਕਰਾ ਲਾ ਪਤਾ। ਲੋ ਜਨਾਬ ਉਹਨੇ ਨਾ ਸਫੀਰ ਆਪਣਾ ਭੇਜਿਆ ਆਪਣੇ ਸਹੁਰਿਆਂ ਨੂੰ। ਕਹਿੰਦਾ ਜਾ ਮੇਰੀ ਸੱਸ ਨੂੰ ਪੁੱਛ ਕੇ ਆ ਮੇਰੀ ਬੇਗਮ ਦੇ ਬਾਰੇ। ਸਫੀਰ ਗਿਆ, ਪੁੱਛ ਕੇ ਆਇਆ, ਵਾਪਸ ਬਾਦਸ਼ਾਹ ਨੂੰ ਦੱਸਿਆ ਹਾਂ ਬਈ ਕੀ ਆਂਦਾ ਹੈ ਇਹਦੀ ਮੇਰੀ ਸੱਸ ਕੀ ਆਂਦੀ। ਉਹਨਾਂ ਕਹਿੰਦੀ ਗੱਲ ਇਹ ਕਿ ਵੀ ਤੇਰੇ ਪਿਓ ਤੇ ਅਸਾਂ ਤੇ ਸਾਡੇ ਨਾਲ ਕੁੜੀ ਹੋਈ ਸੀ, ਤੇਰੇ ਪਿਓ ਦਾ ਮੁੰਡਾ ਜਿਹੜੇ ਕਿ ਤੂੰ ਹੋਇਆ ਸਾ ਤੇ ਅਸਾਂ ਤੁਹਾਡਾ ਰਿਸ਼ਤਾ ਤੈਅ ਕੀਤਾ। ਤੇ ਜਦੋਂ ਕੋਈ 6 ਮਹੀਨੇ ਗੁਜ਼ਰੇ ਧੀ ਸਾਡੀ ਗਈ ਮਰ, ਅਸਾਂ ਦੱਸਿਆ ਕਿਸੇ ਨੂੰ ਨਾ। ਅਸਾਂ ਕਿ ਵੀ ਜੇ ਸਾਡੇ ਧੀ ਮਰ ਗਈ ਤਾਂ ਸਾਰਾ ਦਵਾਂ ਬਾਦਸ਼ਾਹਾਂ ਦਾ ਆਪੇ ਰਿਸ਼ਤਾ ਟੁੱਟ ਜਾਣਾ, ਤੇ ਲਿਆਦਾ ਅਸੀਂ ਬਾਹਰੋਂ ਕਿਸੇ ਦੀ ਕੁੜੀ 6 ਮਹੀਨੇ ਦੀ ਫੜ ਕੇ ਉਹ ਪਾਲ ਲਈ। ਤੇ ਉਹਨੇ ਹੈ ਕੌਣ ਸੀ? ਉਹਨਾਂ ਕਹਿੰਦੇ ਉਹ ਸਾਡੇ ਧੋਬਣ ਸੀ ਤੇ ਉਹਦੀ ਧੀ ਸੀ ਆਮ ਉਮਰ ਨਾਲ ਸਾਡੀ ਧੀ ਦੇ ਉਹ ਲੈ ਕੇ ਪਾਲ ਲਈ। ਤੇ ਇਹ ਜਿਹੜੀ ਤੇਰੀ ਬੇਗਮ ਹੈ ਨਾ ਇਹ ਉਸ ਧੋਬਣ ਦੀ ਧੀ ਹੈ, ਲੇਕਿਨ ਪਾਲੀ ਅਸਾਂ। ਬਾਦਸ਼ਾਹ ਦਾ ਤਾਂ ਮੂੰਹ ਬਣ ਗਿਆ। ਬਾਦਸ਼ਾਹ ਫਿਰ ਗਿਆ ਜਨਾਬ ਸਿਆਸੀ ਕੋਲ। ਉਹਨਾਂ ਨੇ ਸਿਆਸੀ ਵਿੱਚ ਗੱਲ ਦੱਸ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਬਾਦਸ਼ਾਹ ਦਾ ਧੀ। ਉਹਨੇ ਕਿਹਾ ਬਾਦਸ਼ਾਹ ਸਲਾਮਤ ਇਹਦਾ ਜਿਹੜਾ ਨਾ ਰਵੱਈਆ ਆਪਣੇ ਨੌਕਰਾਂ ਨਾਲ ਉਹ ਚੰਗਾ ਨਹੀਂ। ਉਹ ਖਾਣ ਪੀਣ ਨੂੰ ਸ਼ਾਇਦ ਚੰਗੀ ਦਿੰਦੀ ਹੈ, ਲੇਕਿਨ ਇਹ ਜਿਹੜੀ ਆਕੜ ਹੈ ਨਾ ਤੇ ਤੂੰ ਮੈਂ ਵਾਲੀ ਇਹ ਬਾਦਸ਼ਾਹਜ਼ਾਦੀਆਂ ਵਾਲੀ
ਬਾਅਦ ਸ਼ਹਿਜ਼ਾਦੀਆਂ ਦੇ ਤੌਰ ਤਰੀਕੇ ਨਾ ਹੋਰ ਹੁੰਦੇ ਨੇ, ਇਹਦਾ ਹੋਰ ਹੈ। ਮੈਨੂੰ ਤਾਂ ਸ਼ੱਕ ਪਿਆ ਵੀ ਇਹ ਵੀ ਖਾਨਦਾਨੀ ਨੇ। ਬਾਦਸ਼ਾਹ ਕਹਿ ਵੀ ਬੰਦਾ ਤਾਂ ਵੀ ਇਹ ਸਿਆਣਾ ਨੇ ਸਾਰਿਆਂ ਨਾਲ। ਉਹਨਾਂ ਕਿਹਾ ਲੈ ਭਾਈ ਵਜ਼ੀਰ ਨੂੰ, ਇਹਨੂੰ ਕੋਈ 10 ਬੱਕਰੀਆਂ ਹੋਰ ਦੇ ਦਿਓ ਸਿਆਸੀ ਨੂੰ, ਤੇ ਰੋਟੀਆਂ ਮੇਰੀਆਂ ਬਣਾ ਦਿਓ। ਲਓ ਜਨਾਬ, ਉਹ ਸਿਆਸੀ ਦੇ ਘਰ ਬੱਕਰੀਆਂ ਟੋਟੀਆਂ ਰੋਟੀਆਂ ਚੌਕੀਆਂ ਜਾਣ ਲੱਗ ਪਈਆਂ। ਬਾਦਸ਼ਾਹ ਦਾ ਵੀ ਗੱਲ ਹੈ ਕਿ ਤੂੰ ਅੱਜ ਤੋਂ ਬਾਅਦ ਮੇਰੇ ਮਹੱਲ ਵਿੱਚ ਡਿਊਟੀ ਕਰ, ਜਿੱਥੇ ਮੈਂ ਬਹਿਣਾ ਨਾ ਫੈਸਲੇ ਫੂਸਲੇ ਕਰਨਾ, ਤੂੰ ਉੱਥੇ ਅੱਜ ਤੋਂ ਬਾਅਦ ਡਿਊਟੀ ਕਰ। ਸਿਆਸੀ ਕਹਿੰਦਾ ਜੀ ਠੀਕ ਹੈ। ਸਿਆਸੀ ਹੁਣ ਬਾਦਸ਼ਾਹ ਦੇ ਮਹੱਲ 'ਚ ਡਿਊਟੀ ਕਰੇ, ਕੋਈ 6 ਮਹੀਨੇ ਗੁਜ਼ਰੇ ਨੇ। ਇੱਕ ਦਿਨ ਬਾਦਸ਼ਾਹ ਦੇ ਸਿਆਸੀ ਦੋਵੇਂ ਇਕੱਠੇ ਬੈਠੇ ਹੋਏ, ਬਾਕੀ ਸਾਰੇ ਕੋਟ ਰਹਿ ਗਏ। ਬਾਦਸ਼ਾਹ ਕਹਿੰਦਾ ਸਿਆਸੀ ਮੇਰੇ ਬਾਰੇ ਜਰਾ ਕੀ ਖਿਆਲ ਹੈ? ਬਾਦਸ਼ਾਹ ਸਲਾਮਤ ਮਾਫੀ ਦਿਓ। ਉਹਦਾ ਕਹਿੰਦੇ ਨਹੀਂ ਗੱਲ ਸੱਚੀ ਕਰਨੀ ਹੈ, ਜਿਹੜੇ ਦਿਲ 'ਚ ਜੋ ਤੂੰ ਹਿਸਾਬ ਲਾਇਆ ਨਾ ਉਹ ਦੱਸ। ਉਹਨਾਂ ਨੇ ਪਹਿਲਾਂ ਵਾਅਦਾ ਕਰੋ ਕਿ ਮੇਰੀ ਜਾਨ ਬਖਸ਼ੀ ਹੋਵੇ। ਜਿਹਨਾਂ ਨੇ ਜੀ ਠੀਕ ਹੈ ਤੇਰੀ ਜਾਨ ਜਿਹੜੀ ਨਾ ਬਖਸ਼ੀ ਹੋਵੇ, ਜੋ ਤੇਰੇ ਦਿਲ 'ਚ ਆਇਆ ਉਹ ਦੱਸ। ਉਹਨੇ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਵੀ ਕਿਸੇ ਬਾਦਸ਼ਾਹ ਦੇ ਪੁੱਤਰ ਨਹੀਂ ਲੱਗਦੇ। ਬਾਦਸ਼ਾਹ ਦਾ ਦਿਮਾਗ ਜਿਹੜਾ ਬਿਲਕੁਲ ਹੀ ਆਊਟ ਹੋ ਗਿਆ। ਤਲਵਾਰ ਬਾਦਸ਼ਾਹ ਨੇ ਕੱਢ ਲਈ ਤੇ ਉਹਨੇ ਹੱਥ ਜੋੜ ਲੈਣਾ ਕਿ ਬਾਦਸ਼ਾਹ ਸਲਾਮਤ ਤੁਸੀਂ ਵਾਅਦਾ ਕੀਤਾ ਕਿ ਤੇਰੀ ਜਾਨ ਜਿਹੜੀ ਬਖਸ਼ੀ ਕੀਤੀ, ਤੇ ਇਹ ਤੂੰ ਕਿਵੇਂ ਗੱਲ ਕੀਤੀ? ਉਹਨੇ ਕਿਹਾ ਜੀ ਪਤਾ ਕਰਾ ਲਓ ਆਪਣੀ ਅੰਮਾ ਕੋਲ। ਲੋ ਜੀ ਬਾਦਸ਼ਾਹ ਉੱਥੇ ਤੱਤਾ ਉੱਠਿਆ, ਸਿੱਧਾ ਆਪਣੀ ਅੰਮਾ ਦੇ ਮਾਲ ਚੱਪੜੀ ਜਾ ਕੇ ਪੁੱਛਿਆ ਅੰਮਾ ਜੀ ਨੂੰ ਗੱਲ ਹੈ ਕਿ ਇੱਕ ਬੰਦੇ ਮੈਨੂੰ ਆਖਿਆ ਵੀ ਤੂੰ ਨਾ ਬਾਦਸ਼ਾਹ ਦਾ ਪੁੱਤਰ ਨਹੀਂ, ਤੇ ਮੈਨੂੰ ਗੱਲ ਸੱਚੀ ਦੱਸਣੀ ਤੇ ਮੈਂ ਤੁਹਾਨੂੰ ਤੁਹਾਡੇ ਵੀ ਲਾ ਸਕਦੀ। ਮਾਂ ਉਹਦੀ ਡਰਦੀ ਆਂਦੀ ਬਾਹਰ ਦੱਸਦੀ। ਉਹ ਕਹਿੰਦੀ ਇਹ ਗੱਲ ਹੈ ਪੁੱਤਰ ਕਿ ਸਾਡਾ ਪੁੱਤਰ 5 ਸਾਲ ਦਾ ਸੀ ਤੇ ਸ਼ਿਕਾਰ ਤੇ ਗਿਆ, ਤੇਰਾ ਆਪਾ, ਤੇ ਮੁੰਡਾ ਸਾਡਾ ਜੰਗਲ 'ਚ ਗਵਾਚ ਗਿਆ, ਪਤਾ ਨਹੀਂ ਕਿ ਭੇੜੀਆ ਖਾ ਗਿਆ, ਸਾਨੂੰ ਲੱਭਾ ਨਹੀਂ। ਤੇ ਸਾਡਾ ਇੱਕ ਹੀ ਪੁੱਤਰ ਸੀ, ਤੇ ਅਗਰ ਉਹ ਨਾ ਹੁੰਦਾ ਤੇ ਬਾਦਸ਼ਾਹ ਸਾਡੇ ਹੱਥੋਂ ਜਾਂਦੇ ਰਹਿਣੇ ਸੀ। ਸਾਡੇ ਹੋਰ ਔਲਾਦ ਹੀ ਕੋਈ ਸੀ। ਤੇ ਸਾਡਾ ਇੱਕ ਨਾ ਆਜੜੀ ਸੀ ਜਿਹੜਾ ਸਾਡੀਆਂ ਬੱਕਰੀਆਂ ਚਾਰਦਾ ਸੀ, ਉਹਦਾ ਮੁੰਡਾ ਨਾ ਸਾਡੇ ਬੱਚੇ ਦਾ ਉਮਰ ਸੀ, ਅਸਾਂ ਉਹ ਲੈ ਕੇ ਪਾਲਿਆ। ਉਹ ਤੂੰ ਹੈ, ਤੂੰ ਉਸ ਆਜੜੀ ਦਾ ਪੁੱਤਰ ਹੈ, ਲੇਕਿਨ ਅਸਾਂ ਤੈਨੂੰ ਪਾਲਿਆ ਤੇ ਤੇਰੇ ਬਾਦਸ਼ਾਹ ਤੇਰੇ ਹੱਥ 'ਚ ਦਿੱਤੀ ਹੈ, ਤੇ ਲਿਆਦਾ ਤੂੰ ਸਾਡਾ ਸਕਾ ਪੁੱਤਰ ਨਹੀਂ। ਅੱਛਾ ਆਖਿਆ ਵੀ ਇਹ ਜਿਹੜਾ ਨਾ ਸਿਆਸੀ ਇਹ ਘੁਮਾਇਆ ਵਾ ਬੜਾ ਵੱਡਾ ਨੇ ਜੁਮੀ ਆਇਆ ਵਾਪਸ, ਤੇ ਕਹਿੰਦਾ ਵੀ ਠੀਕ ਹੈ ਤੇਰੀ ਗੱਲ ਸੱਚੀ ਹੈ, ਤੇਰੀ ਜਾਨ ਨੇ ਬਖਸ਼ੀ ਕਿਤੇ ਦੱਸੀ ਨਾ ਕਿਸੇ ਨੂੰ ਮੈਂ ਪੁੱਤਰ ਨਹੀਂ, ਲੇਕਿਨ ਮੈਨੂੰ ਇੱਕ ਗੱਲ ਦੱਸ ਦੇ ਵੀ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਅਸਲ ਬਾਦਸ਼ਾਹ ਦਾ ਪੁੱਤਰ ਸਕਾ ਨਹੀਂ ਸਾਂ ਜਾਂ ਮੈਂ ਬਾਦਸ਼ਾਹ ਨਹੀਂ? ਉਸ ਆਖਿਆ ਬਾਦਸ਼ਾਹ ਸਲਾਮਤ ਗੱਲ ਇਹ ਹੈ ਕਿ ਜਿਹੜੇ ਹੁੰਦੇ ਨਾ ਬਾਦਸ਼ਾਹ ਤੇ ਬਾਦਸ਼ਾਹਾਂ ਦਾ ਜਾਂ ਪੁੱਤਰ, ਉਹਨਾਂ ਦੇ ਤੌਰ ਤਰੀਕੇ ਹੋਰ ਹੁੰਦੇ ਨੇ, ਉਹਨਾਂ ਦੇ ਨਸਲ ਵਿੱਚ ਖੂਨ ਵਿੱਚ ਅਸਰ ਕੁਝ ਹੋਰ ਹੁੰਦਾ। ਪਰ ਜਦੋਂ ਵੀ ਕੋਈ ਬਾਦਸ਼ਾਹ ਆਪਣੇ ਕਿਸੇ ਵੀ ਮੁਲਾਜ਼ਮ ਤੇ ਜਾਂ ਕਿਸੇ ਵੀ ਆਪਣੇ ਰਿਆਇਆ ਦੇ ਬੰਦੇ ਤੇ ਖੁਸ਼ ਹੁੰਦਾ ਨਾ, ਕਿ ਉਹ ਉਹਨੂੰ ਇਨਾਮ ਦੇ ਤੌਰ 'ਚ ਸੋਨਾ ਦਿੰਦਾ, ਹੀਰੇ ਜਵਾਹਰਾਤ ਵਗੈਰਾ ਵਗੈਰਾ, ਜਾਂ ਕੋਈ ਜ਼ਮੀਨ ਦਾ ਟੁਕੜਾ ਦੇ ਦਿੱਤਾ। ਤੇ ਤੁਹਾਨੂੰ ਮੈਂ ਘੋੜਿਆਂ ਦੀ ਗੱਲ ਦੱਸੀ ਤੇ ਤੁਸੀਂ ਮੈਨੂੰ ਭੇਡਾਂ ਦੇ ਦਿੱਤੀਆਂ, ਫਿਰ ਤੁਹਾਨੂੰ ਤੁਹਾਡੀ ਬੇਗਮ ਵਾਲੀ ਗੱਲ ਦੱਸੀ ਤੁਸੀਂ ਫਿਰ ਮੈਨੂੰ ਭੇਡਾਂ ਦੇ ਦਿੱਤੀਆਂ। ਤੇ ਮੈਨੂੰ ਤਾਂ ਸ਼ੱਕ ਪੈ ਗਿਆ ਵੀ ਇਹ ਨਾ ਕਿਸੇ ਬਾਦਸ਼ਾਹ ਦਾ ਪੁੱਤਰ ਹੁੰਦਾ ਤੇ ਕੋਈ ਜ਼ੇਵਰ ਦਿੰਦਾ ਮੈਨੂੰ, ਕੋਈ ਹੀਰੇ ਦਿੰਦਾ। ਇਹ ਜਿਹੜਾ ਹਰ ਵਾਰੀ ਮੈਨੂੰ ਭੇਡਾਂ ਹੀ ਦਿੰਦਾ ਨਾ, ਕਿਸੇ ਆਦਮੀ ਦਾ ਪੁੱਤਰ ਹੀ ਮੈਨੂੰ ਲੱਗਦਾ। ਤੇ ਮੈਂ ਤਾਂ ਲਾਇਆ ਤੁੱਕਾ ਤੇ ਲੱਗ ਗਿਆ ਸਹੀ। ਬਸ ਠੀਕ ਹੈ ਇੱਥੋਂ ਨਿਕਲ ਜਾ, ਇਹ ਪੈਸੇ ਲੈ ਜ਼ੇਵਰ ਲੈ, ਇੱਥੇ ਨਾ ਨਵੇਂ ਤੇ ਕਿਸੇ ਨੂੰ ਦੱਸੀ ਵੀ ਨਾ। ਇਸ ਕਹਾਣੀ ਦਾ ਮਕਸਦ ਇਹ ਹੈ ਕਿ ਕਿਸੇ ਵੀ ਬੰਦੇ ਦੇ ਮੂੰਹ ਦੇ ਉੱਤੇ ਨਹੀਂ ਲਿਖਿਆ ਹੁੰਦਾ, ਮੱਥੇ ਤੇ ਜਾਂ ਉਹਦੇ ਕੋਲ ਕੋਈ ਸਰਟੀਫਿਕੇਟ ਨਹੀਂ ਹੁੰਦਾ ਕਿ ਮੈਂ ਬੰਦਾ ਖਾਨਦਾਨੀ ਹਾਂ ਜਾਂ ਆਮ ਬੰਦਾ। ਇਹ ਬੰਦੇ ਦੇ ਕੰਮ, ਉਹਦੇ ਕਰਤੂਤ ਤੇ ਉਹਦੀ ਗੱਲਬਾਤ ਬੰਦੇ ਨੂੰ ਜ਼ਾਹਿਰ ਕਰਾਉਂਦੀ ਕਿ ਇਹ ਬੰਦੇ 'ਚ ਖੂਨ ਕਿਸ ਕਿਸਮ ਦਾ। ਚਿੱਟੇ ਕੱਪੜੇ ਪਾ ਲੈਣ ਜਾਂ ਕਾਟਨ ਪਾ ਲੈਣ ਬੰਦਾ ਜਿਹੜਾ ਨਾ ਉਹ ਚੌਧਰੀ ਨਹੀਂ ਹੋ ਜਾਂਦਾ, ਤੇ ਨਾ ਹੀ ਕੋਈ ਮਾੜੇ ਕੱਪੜਿਆਂ ਵਾਲਾ ਕੋਈ ਕਮੀ ਹੁੰਦਾ। ਇਹ ਬੰਦੇ ਦੀ ਗੱਲਬਾਤ ਦਾ ਤੌਰ ਤਰੀਕੇ ਦੱਸ ਦਿੰਦੇ ਨੇ ਕਿ ਵੀ ਇਹ ਖਾਨਦਾਨੀ ਹੈ ਕਿ ਆਮ